ਅਸੀਂ ਸਾਰੇ ਹੀ ਅੰਦਰੋਂ ਜਾਂ ਬਾਹਰੋਂ ਕਿਤੇ ਨਾ ਕਿਤੇ ਟੁੱਟੇ ਹੁੰਦੇ ਆ। ਕਈਆਂ ਦਾ ਸੁਭਾਅ ਹੈ ਕਿ ਪ੍ਰਗਟ ਕਰ ਦਿੰਦੇ ਨੇ ਤੇ ਪਤਾ ਲੱਗ ਜਾਂਦਾ ਹੈ, ਪਰ ਕਈਆਂ ਦਾ ਸੁਭਾਅ ਹੈ ਕਿ ਉਹ ਪ੍ਰਗਟ ਨਹੀਂ ਹੋਣ ਦਿੰਦੇ। ਪਰ ਤਕਰੀਬਨ ਅਸੀਂ ਸਾਰੇ ਹੀ ਕਿਤੇ ਨਾ ਕਿਤੇ ਟੁੱਟੇ ਹੋਏ ਹਾਂ ਔਰ ਸਾਡੇ ਕੰਮ ਜਿਹੜੇ ਨੇ ਉਹ ਪੂਰਨ ਨਹੀਂ ਹੁੰਦੇ। ਬਹੁਤ ਸਾਰੇ ਕੰਮਾਂ ਦੇ ਵਿੱਚ ਸਾਨੂੰ ਕਾਮਯਾਬੀ ਨਹੀਂ ਮਿਲਦੀ। ਐਂਡ ਇੱਕ ਫੈਕਟਰ ਇਹ ਆਉਂਦਾ ਹੈ ਦਿਮਾਗ ਦੇ ਵਿੱਚ ਕਿ ਸਾਰਾ ਕੁਝ ਕਰ ਲਿਆ, ਸਾਰੀਆਂ ਸਿਆਣਪਾਂ ਲਾ ਲਈਆਂ, ਸਾਰੇ ਬਲ ਲਾ ਲਏ, ਸਾਰਾ ਗਿਆਨ ਲਾ ਲਿਆ, ਫਿਰ ਵੀ ਕੁਝ ਨਹੀਂ ਬਣਿਆ। ਕਿਉਂ? ਇੱਕ ਜਨਮ ਸਾਖੀ ਦੇ ਵਿੱਚ ਇਤਿਹਾਸਕ ਘਟਨਾ ਹੈ ਕਿ ਜਦੋਂ ਰਾਏ ਬੁਲਾਰ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਲਈ ਜਦੋਂ ਪਿੰਡ ਛੱਡ ਕੇ ਤਲਵੰਡੀ ਜਾ ਰਹੇ ਸੀ ਤੇ ਰਾਏ ਬੁਲਾਰ ਦਾ ਬਾਬਾ ਨਾਨਕ ਨਾਲ ਬਹੁਤ ਪਿਆਰ ਸੀਗਾ। ਭਾਵੇਂ ਉਹ ਮੁਸਲਮਾਨ ਸੀ, ਉਹ ਇੱਕ ਪਹਿਲੇ ਬੀਬੀ ਨਾਨਕੀ ਤੋਂ ਬਾਅਦ ਫਸਟ ਫਾਲੋਅਰ ਸੀਗੇ ਬਾਬਾ ਨਾਨਕ ਦੇ। ਪਹਿਚਾਣਦੇ ਸੀਗੇ ਨਾਨਕ ਨੂੰ, ਭਾਵੇਂ ਉਹਨਾਂ ਦੇ ਪਿਤਾ ਉਹਨਾਂ ਨੂੰ ਨਹੀਂ ਸੀ ਪਹਿਚਾਣਦੇ। ਤੇ ਜਦੋਂ ਬਾਬਾ ਜੀ ਜਾਣ ਲੱਗੇ ਉਦਾਸੀ ਤੇ ਉਦਾਸ ਹੋ ਗਏ, ਰੋਣ ਲੱਗ ਪਏ ਤੇ ਬਾਬਾ ਨਾਨਕ ਨੂੰ ਕਹਿੰਦੇ ਕਿ ਤੁਸੀਂ ਚਲੇ ਜਾਓਗੇ ਤੇ ਸਾਡਾ ਕੀ ਬਣੇਗਾ। ਤੇ ਅੱਗੋਂ ਨਾਨਕ ਨੇ ਉਹਨਾਂ ਨੂੰ ਇੱਕ ਜਵਾਬ ਦਿੱਤਾ ਜਿਹੜਾ ਕਿ ਬਹੁਤ ਹੀ ਧਿਆਨ ਨਾਲ ਸਮਝਣ ਵਾਲਾ ਹੈ। ਉਹ ਜਵਾਬ ਇਹ ਸੀ, ਉਹਨਾਂ ਨੇ ਕਿਹਾ, ਰਾਏ, ਜਦੋਂ ਜ਼ਿੰਦਗੀ ਦੇ ਵਿੱਚ ਤੈਨੂੰ ਇਹ ਲੱਗੇ ਕਿ ਤੇਰਾ ਬਲ ਕੰਮ ਨਹੀਂ ਕਰ ਰਿਹਾ, ਤੇਰੀ ਸਿਆਣਪ ਕੰਮ ਨਹੀਂ ਕਰ ਰਹੀ, ਤੇਰਾ ਗਿਆਨ ਕੰਮ ਨਹੀਂ ਕਰ ਰਿਹਾ, ਤੇ ਆਪਣੇ ਆਪ ਨੂੰ ਅੰਦਰੋਂ ਝੁਕਾ ਕੇ ਵਿਨਮਰਤਾ ਦੇ ਵਿੱਚ ਆ ਕੇ ਉਸ ਪ੍ਰਭੂ ਦੇ ਚਰਨਾਂ ਦੇ ਵਿੱਚ ਅਰਦਾਸ ਕਰੀ ਤੇ ਉਹ ਪ੍ਰਭੂ ਤੇਰੇ ਅੰਗ ਸੰਗ ਸਹਾਈ ਹੋਏਗਾ। ਜਿਸ ਤਰ੍ਹਾਂ ਕਿ ਦ੍ਰੋਪਦੀ ਨੇ ਅਰਦਾਸ ਕੀਤੀ ਸੀ ਤੇ ਕ੍ਰਿਸ਼ਨ ਜੀ ਨੂੰ ਆਉਣਾ ਪਿਆ ਸੀ, ਇਸੇ ਤਰ੍ਹਾਂ ਜਦੋਂ ਅਸੀਂ ਵਿਨਮਰਤਾ ਦੇ ਵਿੱਚ ਆ ਕੇ ਉਹਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਤੇ ਉਸ ਪਰਮਾਤਮਾ ਨੂੰ ਸਾਡੇ ਕਾਰਜ ਸਵਾਰਨ ਲਈ ਆਉਣਾ ਹੀ ਪੈਂਦਾ ਹੈ। ਔਰ ਉਹ ਹੁੰਦਾ ਵੀ ਸਾਡੇ ਅੰਗ ਸੰਗ ਹੈ। ਕਮੀ ਕਿੱਥੇ ਹੋ ਜਾਂਦੀ ਹੈ? ਕਮੀ ਇੱਥੇ ਹੋ ਜਾਂਦੀ ਹੈ ਕਿ ਅਸੀਂ ਸਮਝਦੇ ਹਾਂ ਕਿ ਅਸੀਂ ਆਪਣੇ ਬਲ ਨਾਲ, ਅਸੀਂ ਆਪਣੇ ਗਿਆਨ ਨਾਲ, ਅਸੀਂ ਆਪਣੇ ਸਿਆਣਪ ਨਾਲ ਇਸ ਕੰਮ ਨੂੰ ਕਰ ਲਾਂਗੇ, ਸਾਨੂੰ ਜ਼ਰੂਰਤ ਨਹੀਂ ਹੈ। ਪਰ ਇਹ ਅਰਦਾਸ ਕਰਨ ਦੀ ਦੋ ਸ਼ਰਤਾਂ ਨੇ ਕਿ ਕਿਉਂ ਤੇ ਕਿਵੇਂ ਕਾਮਯਾਬ ਹੁੰਦੀ ਹੈ। ਪਹਿਲੀ ਸ਼ਰਤ ਤੇ ਇਹ ਹੈ ਕਿ ਜਿਹੜੀ ਅਰਦਾਸ ਹੈ ਉਹ ਸੱਚੀ ਅਰਦਾਸ ਹੋਣੀ ਚਾਹੀਦੀ ਹੈ, ਉਹ ਬੇਈਮਾਨੀ ਵਾਲੀ ਨਹੀਂ ਹੋਣੀ ਚਾਹੀਦੀ, ਕਿਉਂਕਿ ਉਹ ਪਰਮਾਤਮਾ ਦੇ ਅੰਤਰਯਾਮੀ ਹੈ। ਇਹ ਨਹੀਂ ਹੋਣਾ ਚਾਹੀਦਾ ਕਿ ਜੇ ਸਾਨੂੰ ਅੰਦਰੋਂ ਧਨ ਚਾਹੀਦਾ ਤੇ ਸਾਡੇ ਮੁਖ ਤੇ ਕਿਸੇ ਹੋਰ ਚੀਜ਼ ਦਾ ਨਾਮ ਹੋਵੇ। ਤੇ ਦੂਸਰੀ, ਹਰ ਤਰ੍ਹਾਂ ਦਾ ਅਹੰਕਾਰ ਤਿਆਗਣਾ ਪੈਂਦਾ ਹੈ ਔਰ ਅਰਦਾਸ ਕਰਨ ਦਾ ਇੱਕ ਵੇਲਾ ਹੁੰਦਾ ਹੈ ਜਦੋਂ ਉਹ ਸੁਣੀ ਜਾਂਦੀ ਹੈ। ਕਿਹਾ ਜਾਂਦਾ ਹੈ, ਮਹਾਂਪੁਰਸ਼ ਕਹਿੰਦੇ ਨੇ ਇਸ ਗੱਲ ਨੂੰ ਕਿ ਜਦੋਂ ਕਿਸੇ ਵੇਲੇ ਸ਼ਾਇਦ ਕਦੀ ਪਾਠ ਕਰਦੇ ਹਾਂ, ਸ਼ਾਇਦ ਕਦੀ ਕੀਰਤਨ ਸੁਣਦੇ ਹਾਂ, ਜਾਂ ਸ਼ਾਇਦ ਕਦੀ ਜਦੋਂ ਅਸੀਂ ਚੁੱਪ ਕਰਕੇ ਬੈਠੇ ਹੁੰਦੇ ਹਾਂ, ਕਿਸੇ ਵੇਲੇ ਉਹ ਭਾਵੇਂ ਮੈਡੀਟੇਸ਼ਨ ਮੋਡ ਹੋਵੇ, ਭਾਵੇਂ ਤੁਸੀਂ ਸਿਮਰਨ ਕਰ ਰਹੇ ਹੋਵੋ, ਕਿਸੇ ਵੇਲੇ ਤੁਸੀਂ ਅੰਦਰ ਗਹਿਰੇ ਧਿਆਨ ਦੇ ਵਿੱਚ ਚਲੇ ਜਾਂਦੇ ਹੋ, ਜਦੋਂ ਤੁਹਾਡਾ ਉਸ ਪਰਮਾਤਮਾ ਨਾਲ ਕਨੈਕਸ਼ਨ ਬਣ ਜਾਂਦਾ ਹੈ ਤੇ ਉਸ ਵੇਲੇ ਅਰਦਾਸ ਜਿਹੜੀ ਕੀਤੀ ਜਾਂਦੀ ਹੈ ਉਹ ਜ਼ਰੂਰ ਸੁਣੀ ਜਾਂਦੀ ਹੈ। ਇਹ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਦੋ ਫੋਨ ਦੀਆਂ ਲਾਈਨਾਂ ਜੇ ਕਨੈਕਟ ਹੋਣ, ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਟਰੰਕ ਕਾਲ ਕਰੀਦੀ ਸੀ ਤੇ ਲਾਈਨ ਬੜੀ ਵਾਰੀ ਮਿਲਾਈਦਾ ਸੀ, ਪਰ ਵਿੱਚੋਂ 10 ਚੋਂ 1 ਜਾਂ 2 ਵਾਰੀ ਕਨੈਕਸ਼ਨ ਹੁੰਦਾ ਸੀ ਤੇ ਉਦੋਂ ਹੀ ਗੱਲ ਹੁੰਦੀ ਸੀ। ਇਟ ਇਜ਼ ਦਾ ਸੇਮ ਵੇ ਕਿ ਜੇ ਉਹ ਦੋ ਤਾਰਾਂ ਜੁੜਦੀਆਂ ਨੇ ਜਿਸ ਵੇਲੇ ਆਪਸ ਦੇ ਵਿੱਚ, ਤੇ ਉਸ ਵੇਲੇ ਹੀ ਜਿਹੜੀ ਅਰਦਾਸ ਹੈ ਉਹ ਸਭ ਤੋਂ ਜ਼ਿਆਦਾ
ਸੁਣੀ ਜਾਂਦੀ ਹੈ। ਸੋ ਕੋਸ਼ਿਸ਼ ਕਰਿਆ ਕਰੋ ਕਿ ਜਦੋਂ ਤੁਸੀਂ ਉਸ ਪਰਮਾਤਮਾ ਨੂੰ ਸੱਚੇ ਮਨ ਨਾਲ ਯਾਦ ਕਰਦੇ ਹੋ ਤੇ ਤੁਹਾਨੂੰ ਇਹ ਫੀਲਿੰਗ ਆਉਂਦੀ ਹੈ, ਤੁਸੀਂ ਆਪਣੇ ਅੰਦਰ ਡੁੱਬ ਜਾਂਦੇ ਹੋ। ਉਸ ਵੇਲੇ ਆਪਣੇ ਮਨ ਦੀ ਅਰਦਾਸ, ਆਪਣੇ ਮਨ ਦੀ ਵਿਖਿਆ ਉਸ ਪਰਮਾਤਮਾ ਦੇ ਅੱਗੇ ਰੱਖਿਆ ਕਰੋ। ਇੱਕ ਇਤਿਹਾਸ ਦੇ ਵਿੱਚ ਘਟਨਾ ਹੈ ਕਿ ਹਾਥੀ ਤਲਾਬ ਦੇ ਵਿੱਚ ਇਸ਼ਨਾਨ ਕਰ ਰਿਹਾ ਸੀ। ਇਸ਼ਨਾਨ ਕਰ ਰਿਹਾ ਸੀਗਾ ਤੇ ਤੇਂਦੂਏ ਨੇ, ਮਗਰਮੱਛ ਨੇ ਉਹਦੀ ਲੱਤ ਫੜ ਲਈ। ਹੁਣ ਹਾਥੀ ਬਹੁਤ ਵੱਡਾ ਇੱਕ ਜਾਨਵਰ ਹੈ, ਆਪਣੇ ਆਪ ਦੇ ਵਿੱਚ ਉਹਨੂੰ ਇਸ ਗੱਲ ਦਾ ਬੜਾ ਅਭਿਮਾਨ ਹੈ ਕਿ ਮੈਂ ਬੜਾ ਜ਼ੋਰ ਵਾਲਾ ਵਾਂ। ਜਦੋਂ ਉਹਨੇ ਲੱਤ ਫੜੀ ਮਗਰਮੱਛ ਨੇ ਤੇ ਅੰਦਰ ਉਹਦੇ ਪੂਰੇ ਇੱਕ ਕੌਨਫੀਡੈਂਸ ਸੀਗਾ ਕਿ ਮੈਂ ਮਗਰਮੱਛ ਤੋਂ ਆਪਣੀ ਲੱਤ ਛੁਡਵਾ ਲੈਣੀ ਹੈ ਜਾਂ ਛੁਡਵਾ ਲਾਂਗਾ, ਤੇ ਉਹਨੇ ਪੂਰਾ ਜ਼ੋਰ ਲਾਇਆ ਪਰ ਉਹ ਆਪਣੇ ਆਪ ਨੂੰ ਨਹੀਂ ਛੁਡਾ ਪਾਇਆ, ਕਿਉਂਕਿ ਮਗਰਮੱਛ ਪਾਣੀ ਦਾ ਜਾਨਵਰ ਹੈ ਤੇ ਹਾਥੀ ਪਾਣੀ ਦਾ ਜਾਨਵਰ ਨਹੀਂ ਹੈ। ਇੱਥੋਂ ਤੱਕ ਕਿ ਜਿੰਨਾ ਜ਼ੋਰ ਮਗਰਮੱਛ ਅੰਦਰ ਨੂੰ ਲਾ ਰਿਹਾ ਸੀ ਔਰ ਹਾਥੀ ਪੂਰਾ ਦਾ ਪੂਰਾ ਮਗਰਮੱਛ ਦੇ ਅੰਦਰ ਧੱਸੀ ਜਾ ਰਿਹਾ ਸੀਗਾ, ਔਰ ਹਾਥੀ ਦੇ ਬਾਹਰ ਵਾਲੇ ਪਾਸੇ ਜ਼ੋਰ ਲਾਉਣ ਦੇ ਬਾਵਜੂਦ ਵੀ ਉਹ ਕਾਫੀ ਮਗਰਮੱਛ ਦੇ ਮੂੰਹ ਦੇ ਅੰਦਰ ਜਾ ਚੁੱਕਾ ਸੀ। ਇੱਥੋਂ ਤੱਕ ਸੀ ਕਿ ਉਹਦੀ ਸਿਰਫ ਸੁੰਡ ਬਾਹਰ ਰਹਿ ਗਈ। ਜਦੋਂ ਇੱਥੋਂ ਤੱਕ ਪਹੁੰਚ ਗਿਆ ਤੇ ਉਹਨੂੰ ਇਸ ਗੱਲ ਦੀ ਸਮਝ ਆਈ ਕਿ ਮੇਰਾ ਇਹ ਜ਼ੋਰ ਜਿਹੜਾ ਵੈ ਕੰਮ ਨਹੀਂ ਕਰ ਰਿਹਾ। ਉਸ ਵੇਲੇ ਉਸਨੇ ਆਪਣਾ ਅਹੰਕਾਰ ਤਿਆਗਿਆ ਤੇ ਕਿਹਾ ਜਾਂਦਾ ਹੈ ਕਿ ਤਲਾਬ ਦੇ ਵਿੱਚ ਉਸ ਵੇਲੇ ਕਮਲ ਦਾ ਫੁੱਲ ਸੀ ਨੇੜੇ, ਤੇ ਉਹਨੇ ਆਪਣੀ ਸੁੰਡ ਦੇ ਨਾਲ ਉਹ ਕਮਲ ਦਾ ਫੁੱਲ ਤੋੜਿਆ ਤੇ ਪ੍ਰਭੂ ਦੇ ਅੱਗੇ, ਵਿਸ਼ਨੂੰ ਭਗਵਾਨ ਦੇ ਅੱਗੇ ਅਰਦਾਸ ਕੀਤੀ, ਹੇ ਪ੍ਰਭੂ ਮੇਰੀ ਰੱਖਿਆ ਕਰੋ। ਤੇ ਮੰਨਿਆ ਜਾਂਦਾ ਹੈ ਕਿ ਵਿਸ਼ਨੂੰ ਜੀ ਉਸ ਵੇਲੇ ਆਪਣੇ ਚੱਕਰ ਦੇ ਨਾਲ ਪ੍ਰਗਟ ਹੋਏ ਤੇ ਉਹਨਾਂ ਨੇ ਉਸ ਹਾਥੀ ਦੀ ਰੱਖਿਆ ਕੀਤੀ। ਔਰ ਉਹ ਰੱਖਿਆ ਕਿਉਂ ਤੇ ਕਿਸ ਤਰ੍ਹਾਂ ਹੋਈ? ਕਿਉਂਕਿ ਜਦੋਂ ਹਾਥੀ ਨੇ ਅਹੰਕਾਰ ਤਿਆਗ ਕੇ ਵਿਨਮਰਤਾ ਦੇ ਵਿੱਚ ਆ ਕੇ ਅਰਦਾਸ ਕੀਤੀ, ਉਦੋਂ ਹੀ ਉਹਦੀ ਅਰਦਾਸ ਪੂਰੀ ਹੋਈ। ਸੋ ਹਮੇਸ਼ਾ ਅਰਦਾਸ ਕਰਨ ਲੱਗਿਆਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਆਪਣੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਅਹੰਕਾਰ ਨਾ ਹੋਵੇ। ਆਪਣੇ ਆਪ ਨੂੰ ਨੀਵੇਂ ਜਾਣ ਕੇ, ਆਪਣੇ ਆਪ ਨੂੰ ਔਗੁਣਾਂ ਦਾ ਭਰਿਆ ਜਾਣ ਕੇ, ਆਪਣੇ ਆਪ ਨੂੰ ਕਠੋਰ ਜਾਣ ਕੇ ਉਸ ਪਰਮਾਤਮਾ ਦੇ ਅੱਗੇ ਆਪਣੀ ਬਖਸ਼ਾਈ ਕਰਕੇ ਅਰਦਾਸ ਕਰਿਆ ਕਰੋ। ਇੱਥੋਂ ਤੱਕ ਹੈ ਕਿ ਮਹਾਂਪੁਰਸ਼ਾਂ ਨੇ ਅਰਦਾਸ ਦੇ ਆਖਰੀ ਅਰਥ ਵੀ ਦੱਸੇ ਨੇ, ਜਿਹਦੇ ਵਿੱਚ ਸਭ ਤੋਂ ਪਹਿਲਾਂ ਮੰਨਿਆ ਜਾਂਦਾ ਹੈ ਕਿ ਐੜੇ ਦਾ ਮਤਲਬ ਹੈ ਅਰਦਾਸ ਦੇ ਵਿੱਚ ਉਹ ਅੰਤਰਯਾਮੀ ਪਰਮਾਤਮਾ ਤੁਹਾਡੀ ਬਿਨਾਂ ਕਿਹਾ ਹੀ ਗੱਲ ਜਾਣਦਾ ਹੈ। ਇਸ ਕਰਕੇ ਆਪਣੇ ਪਰਮਾਤਮਾ ਨਾਲ ਕਿਸੇ ਤਰ੍ਹਾਂ ਦੀ ਬੇਈਮਾਨੀ ਕਰਨੀ ਤੁਹਾਡੀ ਅਰਦਾਸ ਦਾ ਨਿਸ਼ਫਲ ਹੋਣ ਦਾ ਕਾਰਨ ਹੈ, ਬਿਕੋਜ਼ ਹੀ ਨੋਜ਼ ਐਵਰੀਥਿੰਗ। ਸੈਕਿੰਡ ਇਜ਼ ਰਾਰਾ ਰਖਵਾਲਾ ਹੈ। ਉਹ ਰਖਵਾਲਾ ਸਿਰਫ ਤੁਹਾਡੇ ਜੀਵਨ ਦਾ ਨਹੀਂ ਹੈ, ਸਾਡੇ ਜਨਮ ਤੋਂ ਪਹਿਲਾਂ ਜਦੋਂ ਅਸੀਂ ਆਪਣੀ ਮਾਂ ਦੇ ਗਰਭ ਦੇ ਵਿੱਚ ਵੀ ਸੀਗੇ ਤਦ ਵੀ ਉਹ ਸਿਮਰਨ ਸਾਨੂੰ ਦੇ ਕੇ ਸਾਡੀ ਰੱਖਿਆ ਕਰ ਰਿਹਾ ਸੀਗਾ, ਔਰ ਸਾਡੇ ਮਰਨ ਤੋਂ ਬਾਅਦ ਵੀ ਜਿਹੜੀ ਅਗਲੀ ਜਰਨੀ ਹੈ ਉਹਦੇ ਵਿੱਚ ਵੀ ਉਹ ਸਾਡੀ ਰੱਖਿਆ ਕਰਦਾ ਹੈ। ਸੋ ਹੀ ਇਜ਼ ਦਾ ਕੰਪਲੀਟ ਗਾਰਡੀਅਨ ਫॉर ਅਸ, ਜਿਹੜਾ ਲੋਕ ਤੋਂ ਪਰਲੋਕ ਤੱਕਨ ਸਾਡੀ ਰੱਖਿਆ ਕਰਦਾ ਹੈ। ਨਾਓ ਦ ਨੈਕਸਟ ਥਿੰਗ ਇਜ਼, ਜਿਹਦੇ ਬਾਰੇ ਸਾਨੂੰ ਬਹੁਤ ਮਿਸਅੰਡਰਸਟੈਂਡਿੰਗ ਹੈ, ਦੱਦਾ ਮਤਲਬ ਦੇਨਹਾਰ। ਦੱਦਾ ਦਾਤਾ ਏਕੋ ਦੇਵਨਹਾਰ। ਪਹਿਲਾਂ ਤੇ ਇੱਕ ਗੱਲ ਸਮਝਣੀ ਹੈ, ਜੋ ਕੁਝ ਵੀ ਸਾਡੇ ਕੋਲ ਹੈ ਉਹ ਸਿਰਫ ਇੱਕੋ ਸ਼ਕਤੀ ਦੇ ਬਦੌਲਤ ਹੈ। ਪਰ ਸਾਡੇ ਕੋਲੋਂ ਗਲਤੀ ਕਿੱਥੇ ਹੋ ਜਾਂਦੀ ਹੈ? ਸਾਡੇ ਕੋਲੋਂ ਗਲਤੀ ਇੱਥੇ ਹੁੰਦੀ ਹੈ ਕਿ ਅਸੀਂ ਸਮਝਦੇ ਹਾਂ ਜੇ ਸਾਡਾ ਕੋਈ ਕੰਮ ਹੋ ਰਿਹਾ ਹੈ ਜਾਂ ਸਾਡੇ ਕੋਲ ਕੋਈ ਚੀਜ਼ ਆਈ ਹੈ ਤਾਂ ਉਹ ਕਿਸੇ ਇਨਸਾਨੀ ਕਾਰਨ ਕਰਕੇ ਆਈ ਹੈ। ਜਿਹੜੇ ਕਾਰਨ ਵੀ ਨੇ ਉਹ ਵੀ ਉਹਦੇ ਬਣਾਏ ਹੋਏ ਨੇ। ਸੋ ਜਿਹੜੀ ਵਡਿਆਈ ਹੈ ਉਹ ਉਹਦੀ ਹੈ। ਜੇ ਉਹਦੀ ਨਜ਼ਰ ਨਾ ਹੋਵੇ ਤੇ ਜਿੰਨੇ ਮਰਜ਼ੀ ਤੁਸੀਂ ਆਪਣੇ ਆਸ-ਪਾਸ ਰਿਸੋਰਸਿਸ ਇਕੱਠੇ ਕਰ ਲਓ, ਤੁਹਾਡਾ ਕੰਮ ਕਦੀ ਨਹੀਂ ਬਣੇਗਾ।
ਇਫ ਯੂ ਐਵਰ ਥਿੰਕ ਦੈਟ ਵੀ ਆਰ ਫੁੱਲ ਆਫ ਰਿਸੋਰਸਿਸ, ਅਸੀਂ ਬੜੀ ਵਾਰੀ ਦੇਖਿਆ ਹੁੰਦਾ ਹੈ ਕਿ ਜਿਹੜੇ ਕਾਫੀ ਹਾਇਰ ਲੈਵਲ ਦੇ ਇਨਸਾਨ ਹੁੰਦੇ ਉਹ ਆਪਣੇ ਬੜੇ ਰਿਸੋਰਸਿਸ ਪੱਕੇ ਕਰਕੇ ਰੱਖਦੇ ਆ ਕਿ ਮੁਸ਼ਕਿਲ ਦੇ ਵਿੱਚ ਮੈਨੂੰ ਕੰਮ ਆਉਣਗੇ। ਪਰ ਇਹ ਵੀ ਦੇਖਿਆ ਹੋਏਗਾ ਜਦੋਂ ਮੁਸ਼ਕਿਲ ਪੈਂਦੀ ਹੈ ਤੇ ਕੋਈ ਉਹਨਾਂ ਦਾ ਉਸ ਵੇਲੇ ਰਿਸੋਰਸ ਕੰਮ ਨਹੀਂ ਆਉਂਦਾ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਗਲਤ ਫਹਿਮੀ ਹੁੰਦੀ ਹੈ ਕਿ ਸਾਰਾ ਕੁਝ ਰਿਸੋਰਸਿਸ ਦੇ ਥਰੂ ਹੋ ਰਿਹਾ ਹੈ, ਜਦਕਿ ਦੇਵਨਹਾਰ ਸਿਰਫ ਇੱਕੋ ਹੀ ਹੈ। ਤੇ ਚੌਥਾ ਸੱਸਾ, ਸੱਸੇ ਦਾ ਮਤਲਬ ਹੈ ਸਹਾਰਾ। ਉਹੀ ਹੈ ਜਿਹੜਾ ਕਿ ਸਾਡਾ ਇੱਕ ਅਸਲੀ ਟਰੂ ਸਪੋਰਟ ਸਿਸਟਮ ਹੈ। ਜਿਸ ਦਿਨ ਅਸੀਂ ਇਹ 4 ਗੱਲਾਂ ਮਨ ਦੇ ਵਿੱਚ ਦ੍ਰਿੜ ਕਰਕੇ ਵਿਨਮਰਤਾ ਦੇ ਨਾਲ ਉਹਦੇ ਅੱਗੇ ਝੁੱਕ ਕੇ ਗੱਲ ਕਰਾਂਗੇ, ਹਰ ਕੰਮ ਅਰਦਾਸ ਕਰਕੇ ਕਰਾਂਗੇ। ਜਿਸ ਤਰ੍ਹਾਂ ਕਿ ਇੱਕ ਪੁੱਤਰ ਘਰੋਂ ਨਿਕਲਣ ਤੋਂ ਪਹਿਲਾਂ ਆਪਣੇ ਪਿਤਾ ਨੂੰ ਆਵਾਜ਼ ਦੇ ਕੇ ਜਾਂਦਾ ਹੈ ਨਾ ਕਿ ਮੈਂ ਚੱਲਿਆ ਵਾਂ, ਉਸੇ ਤਰ੍ਹਾਂ ਜਿੱਥੇ ਕਿਤੇ ਵੀ ਜਾਣਾ, ਕੁਝ ਵੀ ਕਰਨਾ, ਆਪਣੇ ਪਰਮਾਤਮਾ ਨੂੰ, ਉਹ ਸਾਡਾ ਪਿਤਾ ਹੀ ਹੈ, ਉਹਨੂੰ ਆਵਾਜ਼ ਦੇ ਕੇ ਕਿ ਮੇਰੇ ਅੰਗ ਸੰਗ ਸਹਾਈ ਹੋਵੋ। ਸਾਰੇ ਕਾਰਜ ਜਿਹੜੇ ਨੇ ਤੁਹਾਡਾ ਓਟ ਆਸਰਾ ਲੈ ਕੇ ਕੀਤੇ ਜਾ ਰਹੇ ਨੇ, ਫਿਰ ਉਹਨਾਂ ਕੰਮਾਂ ਦੀ ਸਫਲਤਾ ਬਾਰੇ ਰਿਜ਼ਲਟ। ਥੈਂਕ ਯੂ ਸੋ ਮਚ।